सतनाम श्री वाहिगुरु साहिब जी। जी सौ चंदा उगवह सूरज चढ़े हजार, इति चानण होंदिया गुर बिन घोर अंधार। इति चानण होंदिया गुर बिन घोर अंधार। चवर छतर तख्त दे मालक, धन धन साहिब श्री गुरु ग्रंथ साहिब महाराज जी दी पावन मुकद्दस गोद विच हाजरीन गुरु प्यारी साध संगत जी। आओ सारियां संगतां गुर बख्शिश गुर फतेह दी सांझ करिए प्यार नाल आखो जी वाहिगुरु जी का खालसा वाहिगुरु जी की फतेह। गुरु गरीब नवाज साहिब श्री गुरु ग्रंथ साहिब महाराज जी ने किरपालता करते हुए अमृत वेले तख्त साहिब पर सुभायमान हुंदे हुए दर्शन बख्शिश कीते। अमृत बाणियां दे नितनेम दे पाठ होए गुरु हजूरी विच। आसा जी की वार दे कीर्तन दी सेवा कीर्तनिया सिखां ने कीती है। सो साध संगत हुण समा होया जो सतगुरु जी ने अमृत वेले मुखवाक दी दात बख्शिश कीती, तिस दी विचार दा। सो आओ सारी संगत पावन शब्द दी विचार नाल जुड़िए, लाहा प्राप्त करिए। प्यार नाल आखो जी सतनाम श्री वाहिगुरु साहिब जी। तनासरी महला पंजवा घर बारवा एक ओंकार सतगुर प्रसाद। बंदना हर बंदना गुण गावो गोपाल राय। पंचम पातशाह प्रतख हर धन साहिब श्री गुरु अर्जन देव महाराज जी अज दात बख्शिश कर रहे हैं, जो पवित्र शब्द तनासरी राग विच पावन अंग नंबर 683 ਅਤੇ 84 ਉੱਪਰ सुशोभित है। 12वें घर विच पवित्र शब्द की रहमत करते हुए महाराज जी ने आरंभता विच किरपा की। एक ओंकार सतगुर प्रसाद। ऐ इंसान जिंदगी विच टेक ते भरोसा केवल एक ते रखी, क्योंकि एक ते टेक भरोसा रखन वालियां दा बेड़ा बन्ने लग जाता है। उन्हां दा जीवन सफलता पूर्वक संपूर्ण हो जाता है। जिहड़े दुविधा विच पै जांदे ने उन्हां नूं कामयाबी प्राप्त नहीं हुंदी। साहिब जी कृपा कर दे दुविधा ना पड़ो, हर बिन होर न पूजो।
ਮੜੈ ਮਸਾਨ ਨ ਜਾਈ, ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਮਹਾਰਾਜ ਕਹਿੰਦੇ ਦੁਬਿਧਾ ਵਿੱਚ ਨਹੀਂ ਪੈਣਾ, ਕਦੇ ਮਨ ਵਿੱਚ ਖਿਆਲ ਹੀ ਨਾ ਆਵੇ ਕਿ ਕੋਈ ਦੂਸਰਾ ਵੀ ਹੈ। ਮਹਾਰਾਜ ਕਹਿੰਦੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਕੇਵਲ ਇੱਕ ਪਰਮਾਤਮਾ ਦਾ ਭਰੋਸਾ ਰੱਖ ਕੇ, ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਚੱਲਣਾ ਹੈ। ਕਿਸੇ ਹੋਰ ਦੂਸਰੇ ਦੀ ਪੂਜਾ ਨਹੀਂ ਕਰਨੀ। ਮੜੈ ਮਸਾਨ ਨਾ ਜਾਓ, ਕਦੇ ਵੀ ਕਬਰਾਂ ਮੜੀਆਂ ਨੂੰ, ਮ੍ਰਿਤਕਾਂ ਨੂੰ ਨਹੀਂ ਪੂਜਣਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਿਰਪਾ ਕਰਦੇ ਨਾ ਕਿ ਮਨੁੱਖਤਾ ਭੁਲੇਖੇ ਵਿੱਚ ਪਈ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਈ ਮਿਰਤਕਾਂ ਨੂੰ, ਕੋਈ ਬੁੱਤਾਂ ਨੂੰ, ਕੋਈ ਕਿਸੇ ਚੀਜ਼ ਨੂੰ, ਕੋਈ ਕਿਸੇ ਚੀਜ਼ ਨੂੰ ਪੂਜਣ ਲਈ ਦੌੜਦਾ। ਪਰ ਮਹਾਰਾਜ ਜੀ ਕਹਿੰਦੇ ਸੱਚ ਤਾਂ ਇਹ ਹੈ ਕਿ ਕੇਵਲ ਇੱਕ ਅਕਾਲ ਪੁਰਖ ਦੀ, ਕੇਵਲ ਇੱਕ ਅਕਾਲ ਪੁਰਖ ਉੱਪਰ ਹੀ ਵਿਸ਼ਵਾਸ ਰੱਖਣਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਜਾਣਦੇ ਹਾਂ ਕਿ ਮਨੁੱਖ ਕਿਉਂ ਭਟਕਦਾ ਹੈ, ਕਿਉਂ ਪਰਮਾਤਮਾ ਤੋਂ ਬੇਮੁਖ ਹੁੰਦਾ, ਕਿਉਂਕਿ ਮਨੁੱਖ ਦੇ ਅੰਦਰ ਤ੍ਰਿਸ਼ਨਾ ਬਹੁਤ ਹੈ। ਮਨੁੱਖ ਲੋੜ ਤੋਂ ਵੱਧ ਕੁਝ ਚਾਹੁੰਦਾ, ਇਸ ਲਈ ਤ੍ਰਿਸ਼ਨਾ ਦਾ ਮਾਰਿਆ ਹੋਇਆ ਭੱਜਦਾ ਹੈ, ਭਟਕਦਾ ਹੈ। ਪਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਇੱਕ ਸੱਚੇ ਅਕਾਲ ਪੁਰਖ ਦੇ ਨਾਮ ਨੇ ਹੀ ਤੇਰੀਆਂ ਲੋੜਾਂ ਪੂਰੀਆਂ ਕਰਨੀਆਂ ਨੇ। ਤੇ ਲੋੜਾਂ ਤੋਂ ਵੱਧ ਜਿਹੜੀ ਤੇਰੇ ਅੰਦਰ ਤ੍ਰਿਸ਼ਨਾ ਬਣੀ ਹੋਈ ਹੈ, ਲਾਲਸਾ ਹੈ, ਲਾਲਚ ਹੈ, ਉਸ ਨੂੰ ਵੀ ਸ਼ਾਂਤ ਕੇਵਲ ਇੱਕ ਪਰਮਾਤਮਾ ਦੇ ਨਾਮ ਨੇ ਕਰਨਾ ਹੈ। ਇਸ ਲਈ ਜੀਵਨ ਦੇ ਵਿੱਚ ਇੱਕ ਓੰਕਾਰ ਦਾ ਭਰੋਸਾ ਰੱਖਣਾ ਹੈ ਔਰ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਦੁਆਰਾ ਹੋਣੀ ਹੈ। ਸੱਚੇ ਗੁਰੂ ਦੀ ਮਿਹਰ ਦੇ ਨਾਲ ਅਕਾਲ ਪੁਰਖ ਦੇ ਨਾਲ ਰਿਸ਼ਤਾ ਸਥਾਪਿਤ ਹੋਣਾ ਹੈ। ਅੱਜ ਦੇ ਸ਼ਬਦ ਦੇ ਰਹਾਉ ਦੇ ਬੋਲ ਪਹਿਲੀਆਂ ਤੁਕਾਂ ਵਿੱਚ ਅੰਕਿਤ ਹਨ। ਮਹਾਰਾਜ ਕਿਰਪਾ ਕਰਦੇ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਕਹਿੰਦੇ ਨਮਸਕਾਰ ਹੈ, ਨਮਸਕਾਰ ਹੈ ਪਰਮਾਤਮਾ ਨੂੰ। ਔਰ ਮੈਂ ਚਾਹੁੰਦਾ ਹਾਂ ਕਿ ਜ਼ਿੰਦਗੀ ਇਸ ਤਰ੍ਹਾਂ ਗੁਜ਼ਰੇ, ਸਵਾਸ ਇਸ ਤਰ੍ਹਾਂ ਲੰਘਣ ਕਿ ਗੁਣ ਗਾਵੋ ਗੋਪਾਲ ਰਾਏ। ਇਸ ਸਮੁੱਚੇ ਬ੍ਰਹਮੰਡ ਨੂੰ ਪਾਲਣ ਵਾਲੇ ਗੋਪਾਲ ਪਰਮਾਤਮਾ ਦੇ ਗੁਣ ਗਾਉਂਦੇ ਰਹੀਏ। ਦੇਖੋ ਸਾਧ ਸੰਗਤ, ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਰਾਹੀਂ ਬੜੇ ਵਿਗੜੇ ਹੋਏ ਜੀਵਨ ਤੋਂ ਬਹੁਤ ਮਹਾਨ ਜੀਵਨ ਪ੍ਰਾਪਤ ਹੋਇਆ, ਭੁੱਲੀ ਭਟਕੀ ਲੁਕਾਈ ਨੂੰ ਇੱਕ ਮਾਰਗ ਮਿਲਿਆ। ਕਹਿੰਦੇ ਉਸ ਪਰਮਾਤਮਾ ਔਰ ਗੁਰੂ ਦੇ ਚਰਨਾਂ 'ਚ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ, ਧੰਨਵਾਦ ਕਰਨਾ ਹੈ। ਤੇ ਇੱਕ ਵਾਰੀ ਕਰਕੇ ਨਹੀਂ ਥੱਕ ਜਾਣਾ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ। 100 ਵਾਰ ਵੀ ਜੇ ਗੁਰੂ ਤੋਂ ਸਦਕੇ ਜਾਈਏ, ਕੁਰਬਾਨ ਜਾਈਏ ਤਾਂ ਇਹ ਥੋੜਾ ਹੈ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਨ੍ਹਾਂ ਨੇ ਰੁਲਿਆ ਹੋਇਆਂ ਨੂੰ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਆਸ ਹੈ ਹੀ ਨਹੀਂ ਸੀ, ਕਦੇ ਉਤਸ਼ਾਹ, ਕਦੇ ਉਮੰਗ ਪੈਦਾ ਹੀ ਨਹੀਂ ਸੀ ਹੋਈ, ਐਸੇ ਭੁੱਲੇ ਭਟਕਿਆਂ ਨੂੰ ਗੁਰੂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਦਿੱਤਾ। ਮਹਾਰਾਜ ਕਹਿੰਦੇ ਗੁਣ ਗਾਵੋ ਗੋਪਾਲ ਰਾਏ। ਔਰ ਉਸ ਪਰਮਾਤਮਾ ਦੇ ਮਨ ਕਰਦਾ ਹੈ ਕਿ ਗੁਣ ਗਾਈਏ। ਕਿਉਂ? ਕਿਉਂਕਿ ਜਦੋਂ ਸੰਸਾਰ ਦੇ ਵਿੱਚ ਇੰਨਾ ਪਾਪ ਵੱਧ ਚੁੱਕਾ ਸੀ, ਉਸ ਪਾਪਾਂ ਭਰੇ ਸਮੇਂ ਵਿੱਚ ਗੁਰੂ ਨੇ ਆ ਕੇ ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇੱਕ ਨਾਮ ਧਰਮ। ਹਨੇਰੇ ਦੇ ਵਿੱਚ, ਕਲਯੁਗ ਦੇ ਘੋਰ ਹਨੇਰੇ ਵਿੱਚ ਨਾਮ ਦਾ ਦੀਪਕ ਬਾਲਿਆ ਔਰ ਉਸ ਦੀ ਰੌਸ਼ਨੀ ਦੇ ਨਾਲ ਮਨੁੱਖਤਾ ਨੂੰ ਰੁਸ਼ਨਾਇਆ। ਸੰਸਾਰ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਨਿਸ਼ਾਨਾ ਦਿੱਤਾ ਕਿ ਜੀਵਨ ਤਵੇ ਪਰਾਤ ਦੁਆਲੇ ਨਾ ਘੁੰਮਦਾ ਰਵੇ, ਕਿ ਰਾਤ ਖਾ ਕੇ ਸੁੱਤੇ, ਸਵੇਰੇ ਉੱਠੇ ਫਿਰ ਖਾ ਲਿਆ,
फिर सारा दिन काम किया, फिर खा लिया, फिर सौ लिया। भाई गुरदास जी ने एक शब्द लिखिया, कहते एक बलद हुंदा ते वो बलद बदकिस्मती नूं तेली कोल आ जाता। तेली वो हुंदे सन जिहड़े सरों तिलां वडेवियां तो तेल कढ़दे सन। भाई गुरदास जी लिखते, कहते वो तेली रोजाना बलद नूं जोड़दा है, पर जदों जोड़दा उहदियां अखां बंन दिंदा, क्योंकि उदों ना तो बिजली का प्रबंध सी, ना तेल नाल चलण वाले इंजन का प्रबंध सी, ना बिजली की मोटर, ना तेल का इंजन। इसलिए कोलू वाली मशीन नूं चलाउण लई बलदां दा प्रयोग किया जाता। वो बेचारे तुरदे ते कोलू की मशीन घुमदी, उस विचों दी फिर पीड़ के तेल जिहड़ा सी वो कढ़िया जाता सी। तेल कढ़ण वाले नूं तेली कहंदे सन। तो भाई गुरदास जी लिखते, कहते जैसे बैल तेली को जानत कई कोस चलियो, नैन उगरत वाही ठाओ ही ठिकानो है। कहते उहदियां सवेर वेले अखां बन के तेली ने तोड़ दिता। बलद तुरिया जाता, मन च सोचता है भी अज सवेर तो तुरिया हाँ, बहुत दूर चला गया होवांगा। जदों अखां खुलणगियां, नवां वातावरण होवेगा, नवां इलाका होवेगा, नवे लोग होणगे, मेरे लिए सब कुछ बदल चुका होवेगा, क्योंकि मैं सफ़र बहुत तय कर लिया है। पर कहते दुर्भाग नैन उगरत वाही ठाओ ही ठिकानो है। जदों अखां खुलियां वो घूमदा तां एक चक्कर विच ही पिया सी, जदों अखां खुलियां तो उत्थे दा उत्थे ही खड़ा होया। एक भाई गुरदास जी कहते ये गल कल्ले बलद की नहीं है, ये मनुख की जिंदगी का दुखांत है कि मनुख सारी जिंदगी उत्थे ही घूमदा रहिंदा। ये नहीं है कि आप पंजाब छड्ड के विदेश च आ गए, इत्थों छड्ड के होर अगे चले गए भी असीं बहुत सफ़र तय कर लिया। जिंदगी की कहानी तो उत्थे ही घूमदी है। रात जे सोवे दिन करे काम, एक खिन लेहे ना हर को नाम। 10 साल पहला भी उही गल सी भी दिने काम करना, रात सौ लेना, सवेरे खा लिया, शाम को खा लिया। 10 सालों बाद विच भी बहुत आद विच यही होवेगा। महाराज कहते जदों अखां खुलदियां ने बंदा उत्थे ही खड़ा हुंदा। जदों मौत सिर ते आके खड़दी है, उदों मनुख नूं लगदा कि मैं कुछ कर ही नहीं सकिया, जिंदगी तो उत्थे दी उत्थे ही खड़ी हुई है, मैनूं लोड़ है कि मैं कुछ करां। महाराज सच्चे पातशाह जी ने मनुख नूं कुछ करन दी प्रेरणा दिती है कि मनुख कुछ कर, एवें अखां बंद करके अपना जीवन ना गुजार। जे तेनूं जिंदगी मिली है तो अपन हथी अपना आपे ही काज सवारीए, अपने हत्थां नाल अपना कारज सवारना है। तो महाराज जी कहते कुर्बान जाइए उस गुरु तो जिसने ये सिक्ख्या दिती। भुल्ली भटकी लुकाई जिहड़ी तवे प्राप्त वाली घूमी जा रही सी, उस लुकाई नूं एक मार्ग बख्शिया, जिस मार्ग ते चल के मनुखता अकाल पुरख वाहिगुरु के चरणों के विच स्वीकार हुई। महाराज जी कहते ऐसे परमात्मा के गुण गाने चाहिए, उहदा वार वार शुकराना ते धन्नवाद करना चाहिए है। केवल साध संगत कला जुबान नाल ही नहीं कैसी कहिए कि धन गुरु नानक साहब तुसी बड़ी कृपा की, धन गुरु गोबिंद सिंह महाराज तुसी बड़ी मेहर वरताई। असल विच अपने अंतर आत्मे तो समर्पित होकर शुकराना करना है। गुरु महाराज दीयां सिक्ख्यावां जिहड़ियां ने उन्हां उपर अमल करना है। ये ना होवे कि किते पढ़ते ही रह जाइए सतगुर नानक प्रगटिया मिटी धुंध जग चानन होआ, ज्यों कर सूरज निकलिया तारे छपे अंधेर पलोआ। आपां उत्थे ही खड़े होइए, अपने अंदर हनेरा भी होवे, अपने अंदर धुंध भी होवे, अपने अंदर गुरु नानक साहब प्रगट ही ना होण, गुरु नानक साहब की विचारधारा जिंदगी च आवे ही ना, आपां गुरु नानक साहब की विचारधारा नूं अपनाईए ही ना, तो पढ़ी जाइए। कल्ले पढ़न नाल कुछ नहीं होवेगा, क्योंकि जो पढ़ रहे हैं उन्होंने अपने जीवन च कमाना पवेगा। एक कहानी लिखी किसी कहानीकार ने, कहते एक सियाणे मनुख ने तोतियां नूं सिक्ख्या दिती कि देखो तोतियो, आज़ाद रहना बहुत महानता हुंदी है, गुलाम हो जाना बहुत वड्डा दुखांत हुंदा है। तोते पुछदे भी आज़ाद किवें रहीए, कहंदे थोड़ा जिहा एक गल दा गौर करना है भी किते भी
कोई मनुख तुहानू दाने पावे तो उहदे ते छेती देने विश्वास करके दाने चुगण नहीं लग जाना, वो शिकारी हो सकता है। शिकारी जाल खिलारदा है, उपर दाने खिलारदा है, तो जदों तुसीं वो दाने खाओगे तुहाडे पैर जाल विच फस जाणगे, उन्हें तुहानू बन लैना है, अगे लोकां नू वेच देना है, तुसीं विछड़ भी जाना है आपस विच, ते पिंजरे च पिया पिया ही तुहानू अपना पूरा जीवन गुजारना पवेगा। उस सियाणे मनुख ने तोतियां नू इन्नी क गल सिखाती भी वेखो ख्याल रखना है, शिकारी आवेगा, जाल विछावेगा, दाने पावेगा, असी दाने चुगने नहीं, असी जाल च फसना नहीं। तोतियां ने पूरी ये गल रट ली। हर वार ये गल जदों भी उड्डदे आ, उडारी भरदे आ ते गल आपस विच साझी करदे आ। एक उन्होंने गीत ही बना लिया। एक दिन की होया, शिकारी ने वेख्या, वो घबरा गया, कहता हुणे मेरे काबू नहीं आउणगे। बड़े दिनों देखदा रहा, एक दिन सोचा भी अजमा के देख लैने आ। जदों उन्हें जाल खिलारिया, दाने खिलारे, ते तोते नाले तो वो रटन करी जाते आ ते नाले दाने चुगी जाते आ, उस जाल च फस गए। शिकारी ने जाल च लपेटे इकट्ठे कर ले, मोढे ते धर के तुर पिया। तोते जाल विच फसे हुए आ ते फिर भी गाई जाते आ, शिकारी आएगा, जाल विछाएगा, दाने पाएगा, असीं दाने खाने नहीं। वो सियाणा मनुख बहुत महसूस करता है भी किड्डा वड्डा दुखांत है, जिहड़ी गल ये कह रहे हैं उहदे ते अमल तो इन्हां ने कीता नहीं, इन्हां दी कही हुई गल दा की फायदा। इसलिए साध संगत किते इवें ही ना रह जाइए, असीं पढ़दे ही कि सतगुर नानक प्रगटिया, मिटी धुंध जग चानन होया होआ, ज्यों कर सूरज निकलिया, तारे छपे, अंधेर पलोआ। ਉਹਦੇ ਤੇ अमल करिए कि गुरु नानक साडे हिरदे विच प्रगट होण। ते बड़ा सोहना प्रबंध वाहिगुरू ने बख्शिया आपां नूं। इत्थे रहिंदियां होइआं गुरु महाराज जी के दर्शन दीदारियां दी दात मिली है, बहुत वड्डी इमारत की सेवा हुई है। तो साध संगत हुण गुरु नानक साहिब दा प्रकाश पुरब आपां महाराज की कृपा नाल नवीं इमारत विच मनाउणा है, ते उत्थे अमृत संचार भी होना है। आप संगतां अपने मन नूं तैयार करो, दीन दयाल भरोसे तेरे सब परिवार चढ़ाया बेड़े। अपने परिवारां नूं तैयार करो, अपने भैणां भरावां नूं प्रेरित करो कि आओ गुरु नानक साहब साडे हिरदे विच भी प्रगट होण, अमृत छक के अमृतधारी बन के गुरु नानक दे घर दियां खुशियां प्राप्त करिए। महाराज जी कहंदे फिर अर्थ है कि बंदना हर बंदना गुण गावो गोपाल राय, कि मैं वार वार गुरु नूं नमस्कार करा, गुरु दे गुण गावां। गुरु समर्थ है। सतगुरु नानक साहब सच्चे पातशाह महाराज जी ने जिन्हां जिन्हां ते मेहर कीती उन्हां दे जीवन बदल गए। सतगुर चरण जिन परसिया से पास परेत सुर नर पए। पशुआं वर्गे मनुख भी महान हो गए जिन्हां ने गुरु नानक दे चरण परसे। महाराज कृपा कर रहे हैं। अगलियां तुकां विच कोट वड्डे भाग भेटे गुरदेवा। महाराज जी कहंदे ये वड्डे भाग ने मनुखता दे कि अकाल पुरख आप गुरु बन के इस धरती ते आए। सुनी पुकार दातार प्रभ गुरु नानक जग माहे पठाया। पुकार सुनी, पुकार की सी धरती दी। धरती ने परमात्मा अगे अरदास की, निगर चलो रसातल टोआ, कि मैं निगर चली हाँ। निगर जान तो अर्थ है कि गर्क हो जाना, खत्म हो जाना, होंद हस्ती मिट जानी। परमात्मा ने आख्या ऐसा की है, तू क्यों निगर चली है, क्यों खत्म हो चली है। वो कहती भार इन्ना ज़्यादा वध गया है कि मेरे तो हुण भार, मेरे तो हुण बोझ चुक्या नहीं जाता। महाराज जी कहते अकाल पुरख ने आख्या कि मैं भार घट कर देना। जे तेनों बहुत वड्डे वड्डे पहाड़ों का भार जापदा पाओ घट कर देने। तेनों बहुत वड्डियां नदियां दरियावां का भार लगता पाओ घटा देने। वड्डे वड्डे रुख वड्डियां इमारतां ने, दस किहड़ी चीज़ का भार घट करिए। धरती कहती ना मैनू पर्बत भारे है, ना मैनू नदियां भारियां ने, ना मैनू रुख चुकने औखे लगते हैं, ना पत्थरां का भार है, ना वड्डियां वड्डियां किलियां का भार है। आखिर भार किस चीज़ का है। धरती ने आख्या भारे भोई अकिरत घण मंदी हूँ मंदे।
ਕਹਿੰਦੇ ਮੇਰੇ ਉੱਪਰ ਅਕਿਰਤ ਘਣਾ ਦਾ ਬੋਝ ਬਹੁਤ ਵੱਧ ਗਿਆ। ਪਾਪੀ ਮਨੁੱਖ ਜਿਹੜੇ ਆ ਉਹਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਮੇਥੋਂ ਪਾਪੀਆਂ ਦਾ ਭਾਰ ਚੁੱਕਿਆ ਨਹੀਂ ਜਾਂਦਾ। ਜੇਕਰ ਕੁਝ ਕਰਨਾ ਹੈ ਤਾਂ ਇਹਨਾਂ ਦਾ ਹੱਲ ਕਰੋ। ਪਰਮਾਤਮਾ ਨੇ ਆਖਿਆ ਦੇਖੋ, ਜੇਕਰ ਪਹਾੜਾਂ ਨੂੰ, ਰੁੱਖਾਂ ਨੂੰ, ਨਦੀਆਂ ਦਰਿਆਵਾਂ ਨੂੰ ਘੱਟ ਕਰਨ ਦੀ ਗੱਲ ਹੁੰਦੀ ਤੇ ਮੈਂ ਘੱਟ ਕਰ ਦਿੰਦਾ, ਪਰ ਹੁਣ ਜਿਹੜੇ ਪਾਪੀ ਉਹਨਾਂ ਨੂੰ ਮਾਰ ਕੇ ਖਤਮ ਤੇ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਆਪਣੀ ਜ਼ਿੰਦਗੀ ਜਿੰਨਾ ਸਮਾਂ ਬਖਸ਼ਿਸ਼ ਹੋਇਆ ਉਹ ਜੀਵਣਾ ਹੈ। ਫਿਰ ਉਹਨਾਂ ਦਾ ਹੱਲ ਇਹ ਹੈ ਕਿ ਉਹਨਾਂ ਦੇ ਪਾਪੀਆਂ ਦੇ ਪਾਪ ਖਤਮ ਕੀਤੇ ਜਾਣ, ਉਹਨਾਂ ਪਾਪੀਆਂ ਨੂੰ ਧਰਮੀ ਬਣਾਇਆ ਜਾਵੇ। ਤੇ ਧਰਤੀ ਨੇ ਆਖਿਆ ਕੰਮ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ, ਇਹ ਕਾਰਜ ਤੁਸੀਂ ਆਪ ਕਰੋ। ਤੇ ਧਰਤੀ ਦੀ ਅਰਦਾਸ ਸੁਣ ਕੇ ਪਰਮਾਤਮਾ ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਤਾਰਨ ਲਈ ਆਏ। ਕੱਲ ਤਾਰਨ ਗੁਰੂ ਨਾਨਕ ਆਇਆ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਧਰਤੀ ਤੇ ਆਏ। ਅਸੀਂ ਉਹਨਾਂ ਦੇ ਸਿੱਖ ਬਣੇ, ਇਹ ਬੜੇ ਵੱਡੇ ਮਾਣ ਵਾਲੀ ਗੱਲ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਔਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਦੇਖੋ ਭਲਾ ਕਰਵਾ ਲਓ, ਸਮਾਂ ਹੈ। ਜਿਹੜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਦੇ ਹਨ ਉਹਨਾਂ ਦੇ ਕਰੋੜਾਂ ਪਾਪ ਜਿਹੜੇ ਉਹ ਖਤਮ ਹੋ ਜਾਂਦੇ ਨੇ, ਕਿਉਂਕਿ ਗੁਰੂ ਘਰ ਵਿੱਚੋਂ ਸੇਵਾ ਸਿਮਰਨ ਦੀ ਦਾਤ ਮਿਲਦੀ ਹੈ। ਤੇ ਸਾਧ ਸੰਗਤ ਸੇਵਾ ਤੇ ਸਿਮਰਨ ਕਰਦਿਆਂ ਮਨੁੱਖ ਦੇ ਪਾਪ ਧੋਤੇ ਜਾਂਦੇ ਆ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆ ਕੇ ਵੇਖੋ, ਅਸੀਂ ਬਾਹਰੋਂ ਤਨ ਧੋ ਸਕਦੇ ਹਾਂ ਆਪਣਾ, ਸਾਡੇ ਕੋਲੇ ਪ੍ਰਬੰਧ ਨੇ, ਪਰ ਜਿਹੜੇ ਮਨ ਨੂੰ ਪਾਪ ਲੱਗੇ ਉਹ ਮਨ ਦੇ ਪਾਪ ਅਸੀਂ ਨਹੀਂ ਧੋ ਸਕਦੇ। ਬਾਣੀ 'ਚ ਲਿਖਿਆ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਮਨ ਦਾ ਭਾਂਡਾ ਬਹੁਤ ਮੈਲਾ ਹੋ ਚੁੱਕਾ ਹੈ। ਸਰੀਰ ਤੇ ਲੱਗੀ ਹੋਈ, ਕੱਪੜਿਆਂ ਤੇ ਲੱਗੀ ਹੋਈ ਮੈਲ ਨਾ ਸਾਨੂੰ ਚੰਗੀ ਲੱਗਦੀ ਹੈ ਨਾ ਦੁਨੀਆ ਨੂੰ ਚੰਗੀ ਲੱਗਦੀ ਹੈ, ਕਿਉਂਕਿ ਜੇ ਸਾਡੇ ਸਰੀਰ ਤੇ, ਸਾਡੇ ਕੱਪੜਿਆਂ ਤੇ ਮੈਲ ਹੋਵੇ ਅਸੀਂ ਕਿੰਨੇ ਬੁਰੇ ਲੱਗਦੇ ਹਾਂ, ਆਪਣੇ ਆਪ ਨੂੰ ਗਿਲਾਨੀ ਆਉਂਦੀ, ਆਪਾਂ ਬਦਲਦੇ ਹਾਂ, ਨਹਾਉਂਦੇ ਹਾਂ। ਮੈਲੇ ਕੱਪੜਿਆਂ ਵਾਲੇ ਨੂੰ ਤਾਂ ਕੋਈ ਆਪਣੇ ਨੇੜੇ ਨਹੀਂ ਬੈਠਣ ਦਿੰਦਾ। ਮਨ ਦਿਸਦਾ ਨਹੀਂ ਨਾ ਆਪ ਨੂੰ ਦਿਸਦਾ ਨਾ ਦੂਜਿਆਂ ਨੂੰ ਦਿਸਦਾ ਹੈ, ਇਸ ਲਈ ਆਪਾਂ ਮਨ ਵੱਲ ਕਦੇ ਖਿਆਲ ਹੀ ਨਹੀਂ ਕਰਦੇ। ਪਰ ਗੁਰੂ ਨਾ ਤੇ ਕਿਸੇ ਦੇ ਤਨ ਨੂੰ ਦੇਖਦਾ ਹੈ ਨਾ ਕਿਸੇ ਦੇ ਬਸਤਰਾਂ ਨੂੰ ਦੇਖਦਾ ਹੈ। ਗੁਰੂ ਜਦੋਂ ਦੇਖਦਾ ਹੈ ਉਦੋਂ ਮਨੁੱਖ ਦੇ ਮਨ ਨੂੰ ਦੇਖਦਾ ਹੈ। ਤੇ ਜਦੋਂ ਮੱਥਾ ਟੇਕਦਾ ਹੈ ਗੁਰੂ ਅੱਗੇ ਮਨੁੱਖ, ਗੁਰੂ ਕਹਿੰਦਾ ਤੈਨੂੰ ਇੱਕ ਲੋੜ ਹੈ, ਤੈਨੂੰ ਇੱਕ ਕੰਮ ਕਰਨਾ ਚਾਹੀਦਾ ਹੈ। ਮਹਾਰਾਜ ਕੀ ਕੰਮ? ਮਹਾਰਾਜ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਹਾਰਾਜ ਕਹਿੰਦੇ ਇਸ਼ਨਾਨ ਕਰ। ਮਹਾਰਾਜ ਮੈਂ ਤੇ ਹੁਣੇ 1 ਘੰਟਾ ਪਹਿਲਾਂ ਇਸ਼ਨਾਨ ਕਰਕੇ ਆਇਆ। ਮਹਾਰਾਜ ਕਹਿੰਦੇ ਤੂੰ ਬਾਹਰੋਂ ਇਸ਼ਨਾਨ ਕੀਤਾ ਹੈ ਪਰ ਮੈਂ ਤੈਨੂੰ ਅੰਦਰੋਂ ਦੇਖਦਾ ਹੈ। ਅੰਦਰੋਂ ਤਾਂ ਵਾਸਤਵ ਰੂਪ ਵਿੱਚ ਤੂੰ ਇੰਨਾ ਕੁ ਮੈਲਾ ਹੋ ਚੁੱਕਾ ਹੈ ਕਿ ਤੇਰੇ ਵਿੱਚੋਂ ਮੈਨੂੰ ਮਨੁੱਖ ਤੇ ਦਿਸਦਾ ਹੀ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਮੈਨੂੰ ਤੇ ਤੇਰੇ ਅੰਦਰੋਂ ਪਸ਼ੂ ਦਿਸਦਾ ਹੈ ਮਨੁੱਖ ਦੀ ਥਾਂ ਤੇ। ਇੰਨਾ ਭਾਂਡਾ ਮੈਲਾ ਹੋ ਚੁੱਕਾ ਹੈ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਧੋਤਿਆਂ ਨਹੀਂ ਇਹਨੇ ਸਾਫ਼ ਹੋਣਾ। ਗੁਰੂ ਦੁਆਰੇ ਜਾਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦਰ ਤੇ ਜਾ ਕੇ ਇਹ ਭਾਂਡਾ ਸੇਵਾ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਹੱਛਾ ਹੋਣਾ ਹੈ। ਸਾਧ ਸੰਗਤ ਦੱਸਦੇ ਹੈ ਕਿ ਬਾਬਾ ਦੀਪ ਸਿੰਘ ਜੀ ਜਦੋਂ ਬਚਪਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਘਰ ਆਨੰਦਪੁਰ ਸਾਹਿਬ ਗਏ ਤੇ ਇੱਕ ਦਿਨ ਬਾਟਾ ਮਾਂਜ ਰਹੇ ਆ। ਮਾਂਜਦਿਆਂ ਬੜੇ ਜ਼ੋਰ ਨਾਲ ਬਾਟਾ ਮਾਂਜਿਆ, ਸਾਫ਼ ਕੀਤਾ ਤੇ ਫਿਰ ਐਂ ਆਪਣੇ ਸਾਹਮਣੇ ਕਰਕੇ ਦੇਖਿਆ। ਫਿਰ ਦੁਬਾਰਾ ਮਾਂਜਣ ਲੱਗ ਗਏ, ਫਿਰ ਦੁਬਾਰਾ ਮਾਂਜਿਆ, ਫਿਰ ਦੁਬਾਰਾ ਮਾਂਜਿਆ। ਸਾਰਾ ਕੁਝ ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ ਆ। ਮਹਾਰਾਜ ਜੀ ਪੁੱਛਦੇ ਪੁੱਤਰ ਇਹ ਕੀ ਕਰ ਰਹੇ ਹੋ? ਮਹਾਰਾਜ ਬਾਟਾ ਮਾਂਜ ਰਿਹਾ। ਮਹਾਰਾਜ ਕਹਿੰਦੇ ਮਾਂਜ ਤਾਂ ਲਿਆ, ਵਾਰ-ਵਾਰ ਕਿਉਂ ਮਾਂਜਦੇ? ਕਹਿੰਦੇ ਮਹਾਰਾਜ ਅਜੇ ਜਦੋਂ ਵੀ ਮਾਂਜਦਾ ਮੈਨੂੰ ਆਪਣੀ ਤਸਵੀਰ ਦਿਸਦੀ ਇਹਦੇ ਵਿੱਚ। ਮੈਂ ਉਦੋਂ ਤੱਕ ਮਾਂਜਣ ਲੱਗ ਜਾਣਾ ਜਦੋਂ ਤੱਕ ਇਹਦੇ ਵਿੱਚੋਂ ਮੈਨੂੰ ਤੁਹਾਡੇ ਦਰਸ਼ਨ ਨਾ ਹੋਣ, ਕਿਉਂਕਿ ਅਜੇ ਮੇਰੇ ਵਿੱਚ ਮੈਂ ਜਿਉਂਦੀ ਹੈ, ਮੇਰੇ ਵਿੱਚ ਮੇਰੇ ਵਿਚਾਰ ਤੇ ਵਿਕਾਰ ਜਿਉਂਦੇ ਆ। ਜਦੋਂ ਸੇਵਾ ਸਿਮਰਨ ਕਰਦਿਆਂ ਮੇਰੇ ਵਿਚਾਰ ਤੇ ਵਿਕਾਰ ਖਤਮ ਹੋ ਗਏ, ਤੁਹਾਡੀ ਰਹਿਮਤ ਤੇ ਗੁਰਮਤਿ ਮੇਰੇ ਹਿਰਦੇ 'ਚ ਵਸ ਗਈ, ਉਸ ਦਿਨ ਮੈਂ ਆਪਣੇ ਆਪ ਨੂੰ ਸਫਲ ਮੰਨਾਂਗਾ। ਬੜੇ ਲੋਕਾਂ ਨੇ ਗੁਰੂ ਘਰ ਦੀ ਸੇਵਾ ਕਰ ਕਰਕੇ, ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਲਿਆ। ਭਾਵੇਂ ਉਹਨਾਂ ਦੇ ਜੀਵਨ ਵਿੱਚ ਪਹਿਲਾਂ ਬਹੁਤ ਸਾਰੇ ਪਾਪ ਸਨ,
पर महाराज जी की बाणी कहती कट्टे पाप असंख नावै एक कणी। नाम की एक कणी नाल असंखां पाप जिहड़े वो खत्म हो जाते, कोट अपराध मिटे हर सेवा। पर हुण सेवा तो हौली हौली जमाना दूर तुरिया जा रहा। इत्थे थोड़ी बाली आपां गुरु घर विच सारे नहीं, थोड़ी बाली संगत थोड़ी थोड़ी सेवा करती है। पर जदों आपां पंजाब जाने ना, उदों फिर जाके आपां भी इस सेवा तो मुनकर हो जाने। पंजाब के भी बहुते लोग सेवा तो मुनकर होए पे है। घर विच अखंड पाठ साहब आरंभ करवाया जाता, सारा ही प्रबंध जिहड़ा किराए ते दे दिता जाता। लंगर पकाउण वाले भी किराए वाले, वरताउण वाले भी किराए वाले, भांडे मांजण वाले भी किराए ते। आपां तां सिर्फ सोहणे कपड़े पा के फोटोआं खिचाउणियां हुंदियां ने, 5 मिनट चौर साहब करना हुंदा है कि बाद लोग देखणगे असीं बहुत भावना रखण वाले। पर कदे समा सी कि जिन्ना भी परिवार हुंदा सी वो सारा सेवा विच जुटिया हुंदा सी कि गुरु महाराज ते गुरु महाराज दीयां संगतां आईयां। पर समा ही बदल गया। मैं छोटे हुंदे बजुर्गां तो ये शब्द सुनदा हुंदा सी भी जे घर विच कोई कारज करना है तो चलो 5 सिखां दे हत्थ सुच्चे करा लो। साडे इलाके जिद्दां बोलदे सी, होर इलाकिਆਂ दा नहीं मैनूं पता भी चलो 5 सिखां दे हत्थ सुच्चे करा लो, भी भाव 5 सिखां नूं बुलाओ, उन्हां नूं प्रशादा पानी छकाओ ते भावना नाल सेवा करनी, छकाउणा प्रशादा पानी गुरु के सिखां नूं संगतां नूं ते कारज सफल हो जाना। साडे नगर एक अमली ते उन्हें एक गल बड़ी वधिया कीती, कहंदे भाई ना हुण छकाउण वाले रहे ते ना छकण वाले रहे। कहंदे किसी दे घरे अखंड पाठ साहब होवे, सद्दा देण वाला चौकीदार अजे भी यही शब्द वरत के जांदा भी भाई एक सिख दा प्रशादा उन्हां दे घर आ जिन्हां दे घरे अखंड पाठ साहब दा भोग आ। कहंदे वो अमली कहंदा भी हुण ना छकण वाले रहे ना छकाउण वाले रहे। कहंदे छकण वाले भी चवानी फड़दे हत्थ 'च ते गिट्ठ दा लैंदे रुमाल वो रखदे सिर ते जाके मत्था टेक के वो ये उड़ीकदे भी कदों बाबा आनंद साहब पढ़े तो कदों जलेबियां वरतन ते छक के घर आउण। कहंदे हुण जिहड़ा गिट्ठ दी लीर जिन्ना रुमाल सिर ते चवानी फड़ के चला गया उन्होंने आपां सिख थोड़ी मन्नांगे। सिख तां ओह जिहड़ा अमृत वेले उठिया, इशनान किया, नितनेम किया ते कोशिश की भी छेती तो छेती काम नवेड़ीए ते 9वें पातशाह जी के श्लोक आरंभ होने तो पहला गुरु जिथे भी महाराज जी विराजमान उत्थे जाके पहुँचीए, बाणी पढ़ीए ते परिवार के भले वास्ते अरदास विच शामिल होईए। वो तो होया सिख ते जिहदा ध्यान ही केवल यह भी मत्था टेको, घरदिआं नूं पता लग गया भी आए आ प्रशादा छको ते चल पई। नहीं, सेवा करन दी भावना गुरसिखां दे अंदर होनी चाहिए है। परिवार प्यार नाल सेवा करे, आईयां होईयां संगतां नूं गुरु रूप जाने, गुरु घर की सेवा ते गुरु घर विच कीता सिमरन करोड़ां पाप खत्म कर दिंदा है। महाराज अगे किरपा करदे, चरण कमल जाका मन रापै, सोग अगन तिस जन ना व्यापै। जिन्हां दा मन गुरु चरनां नाल रंगिया गया, जुड़ गया, जिन्नी मर्जी संसार विच सोग की अग बल रही होवे पर उन्होंने सेक नहीं लगता। अज संसार सब कुछ हुंदियां होइयां भी दुखी है। अज तो पिछे चले जाओ जदों बहुत सारिया सहूलतां दी थोड़ों सी फिर भी मनुख खुश सी, संतुष्ट सी। अज सब कुछ हुंदियां होइयां भी अंदरों बलदा है धुखां ज्यों माली, जिवें गिले गोहियां दी अग धुखदी है ना, बलदी नहीं, उदा अज बंदा अंदरों धुख रहा, इन्ना ज़्यादा परेशान है, स्ट्रैस है, तनाव है, हर बंदा बोझ चुकी फिरता है। महाराज कहते जिहड़ा मन गुरु चरनां नाल जुड़ गया उन्होंने एक कोई बोझ महसूस नहीं होवेगा, उसनूं अग दा सेक ही नहीं लगेगा, वो ऐन आनंद विच खुश ही रहेगा। जिहो जिहा मर्जी भाणा वापर जा, ਉਹਦੇ ਨਾਲ जो मर्जी हो जाए वो रब के भाणे विच रब की रजा विच हमेशा प्रसन्न रहिंदा है। सागर तरिया साधु संगे, निरभौ नाम जपो हर रंगे। कहंदे निरभौ परमात्मा का नाम जपना है, निरभौ परमात्मा के नाम की किरपा दे नाल सागर तरिया साधु संगे, साध संगत दे विच मिल गए ते साध संगत विच जुड़ियां होईयां गुरमुख रूहां की सहायता दे नाल, गुरु की किरपा दे नाल संसार समुंदर नूं सहजे ही तर गए। पर धन दोख किश पाप न फेड़े। कहंदे मनुख की बिरती पवित्र हो जाती है। मनुख अपने जीवन विच इन्ना क
ਸੰਤੁਸ਼ਟ ਹੋ ਜਾਂਦਾ ਹੈ। ਨਾ ਪਰ ਧਨ ਵੱਲ, ਨਾ ਪਰ ਤਨ ਵੱਲ, ਨਾ ਪਰਤੀ ਨਿੰਦਾ ਵੱਲ ਉਹਦਾ ਖਿਆਲ ਹੀ ਨਹੀਂ ਜਾਂਦਾ। ਉਹਦਾ ਖਿਆਲ ਆਪਣੇ ਵਿੱਚ ਰਹਿੰਦਾ ਹੈ। ਨਾ ਉਹ ਕਿਸੇ ਨੂੰ ਕੋਈ ਦੁੱਖ ਦਿੰਦਾ ਹੈ, ਨਾ ਕੋਈ ਪਾਪ ਸਹੇੜਦਾ ਹੈ, ਨਾ ਆਪਣੀ ਜ਼ਿੰਦਗੀ ਵਿੱਚ ਕੰਡੇ ਬੀਜਦਾ ਹੈ। ਜਮ ਜੰਦਾਰ ਨਾ ਆਵੈ ਨੇੜੇ। ਐਸੇ ਪਰਉਪਕਾਰੀ ਜੀਵਨ ਵਾਲੇ ਮਨੁੱਖ ਦੇ ਜੀਵਨ ਵਿੱਚ ਕਮਾਈ ਕੀਤੀ ਹੋਈ ਹੈ, ਉਹਦੇ ਜਮਾਂ ਦੀ ਮਾਰ ਨਹੀਂ ਪੈਣੀ। ਜਮਦੂਤ ਉਹਦੇ ਨੇੜੇ ਨਹੀਂ ਆਉਣਗੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਗੁਰੂ ਪਿਤਾ ਦੀ ਸ਼ਰਨ ਵਿੱਚ ਆ ਕੇ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਭਲਾ ਗੁਰੂ ਆਪ ਕਰ ਦਿੰਦਾ ਹੈ। ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਸੰਤੋਖ ਦੀ ਦਾਤ ਮਿਲ ਜਾਂਦੀ ਹੈ। ਮਨੁੱਖ ਹਰ ਹਾਲਾਤ ਵਿੱਚ ਉਹਦਾ ਸ਼ੁਕਰ ਕਰਦਾ ਹੈ। ਜੇ ਦੁੱਖ ਦੇਹੇ ਤਾਂ ਤੁਝੇ ਅਰਾਧੀ, ਸੋ ਦੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਐਸੀ ਕਿਰਪਾ ਹੋ ਜਾਂਦੀ। ਇਹ ਦਾਤ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ੀ। ਆਪਾਂ ਸੇਵਾ ਕੀਤੀ, ਸੇਵਾ ਕਰਦਿਆਂ ਤੋਂ ਲਾਂਦੀ ਗੁਰੂ ਸੰਗਤ ਜੀ ਮਾਫੀ ਬਖਸ਼ੋ। ਆਓ ਸਮਾਪਤੀ ਕਰੀ। ਪਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆਂ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹਾ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਾਜੇ। ਕੰਟਕ ਮਾਰਿਆ ਤੁਰ ਕਰਮ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ,
ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।